ओम शांति। अज 11/10/2022 की बाणी है। बाबा आखदे ने, मिठे बच्चे, तुसी रूहानी ब्राह्मण ਦਾ आपस ਵਿੱਚ ਬਹੁਤ ਪਿਆਰ ਹੋਣਾ ਚਾਹੀਦਾ ਹੈ। ਆਪਸ ਵਿੱਚ ਮਿਲ ਕੇ ਰਾਏ ਕੱਢੋ ਕਿ ਕਿਵੇਂ ਸਭ ਨੂੰ ਸੱਚੇ ਬਾਪ ਦਾ ਪਰਿਚੈ ਦੇਵੇਂ। ਅੱਜ ਬਾਬਾ ਨੇ ਪ੍ਰਸ਼ਨ ਪੁੱਛਿਆ, ਬੱਚੇ ਕਿਸ ਨਿਸ਼ਚੈ ਦੇ ਆਧਾਰ ਤੇ ਆਪਣਾ ਭਾਗ ਉੱਚਾ ਬਣਾ ਸਕਦੇ ਹੈ। ਬਾਬਾ ਦਾ ਉੱਤਰ ਹੈ, ਪਹਿਲੇ ਜਦ ਬੁੱਧੀ ਵਿੱਚ ਇਹ ਨਿਸ਼ਚੈ ਬੈਠੇ ਕਿ ਇੱਥੇ ਪੜ੍ਹਾਉਣ ਵਾਲਾ ਖੁਦ ਪਰਮਾਤਮਾ ਹੈ, ਉਹਨਾਂ ਤੋਂ ਹੀ ਸਾਨੂੰ ਸੌਭਾਗਯ ਲੈਣਾ ਹੈ, ਤਾਂ ਪੜ੍ਹਾਈ ਰੋਜ਼ ਪੜ੍ਹੋ ਅਤੇ ਆਪਣਾ ਸੌਭਾਗਯ ਉੱਚਾ ਬਣਾ ਸਕਣ। ਬਾਪ ਦੀ ਸ਼੍ਰੀਮਤ ਹੈ ਕਿ ਬੱਚੇ ਤੁਹਾਨੂੰ ਕਿਸੇ ਵੀ ਹਾਲਤ ਵਿੱਚ ਰੋਜ਼ ਪੜ੍ਹਨਾ ਹੈ। ਜੇਕਰ ਕਲਾਸ ਵਿੱਚ ਨਹੀਂ ਆ ਸਕਦੇ ਹੈ ਤਾਂ ਵੀ ਮੁਰਲੀ ਘਰ ਪੜ੍ਹੋ। ਗੀਤ ਹੈ ਅੱਜ ਦਾ, ਤੂੰ ਪਿਆਰ ਦਾ ਸਾਗਰ ਹੈ, ਇੱਕ ਬੂੰਦ ਕੇ ਪਿਆਸੇ ਹਮ। ਓਮ ਸ਼ਾਂਤੀ। ਆਤਮਾਵਾਂ ਮਤਲਬ ਬੱਚੇ ਜਾਣ ਗਏ ਹੈ ਕਿ ਅਸੀਂ ਆਤਮਾਵਾਂ ਬਿੰਦੀ ਮਿਸਲ ਹਾਂ, ਇੱਕ ਸਟਾਰ ਦੀ ਤਰ੍ਹਾਂ ਹਾਂ। ਲੇਕਿਨ ਜੋ ਆਤਮਾ ਹੈ ਉਹ ਸੈਲਫ ਦੇ ਬਾਪ ਨੂੰ ਕਿਵੇਂ ਰਿਅਲਾਈਜ਼ ਕਰੇ। ਤੁਸੀਂ ਦੁਨੀਆ ਵਿੱਚ ਕੋਈ ਵੀ ਨਾ ਆਪਣੇ ਨੂੰ ਨਾ ਬਾਪ ਨੂੰ ਜਾਣਦੇ ਹੈ। ਤੁਸੀਂ ਜਾਣਦੇ ਹੈ ਅਸੀਂ ਆਤਮਾ ਬਿੰਦੀ ਹਾਂ, ਕਿੰਨੀ ਛੋਟੀ ਹਾਂ। ਬਾਪ ਵੀ ਇਤਨਾ ਛੋਟਾ ਹੈ। ਆਤਮਾ ਤੋਂ ਪਰਮਾਤਮਾ ਬਾਪ ਕੋਈ ਵੱਡਾ ਨਹੀਂ ਹੈ। ਸਰੀਰ ਤਾਂ ਛੋਟਾ ਵੱਡਾ ਹੁੰਦਾ ਹੈ। ਤੁਸੀਂ ਸ਼ਿਵ ਬਾਬਾ ਦੀ ਯਾਦ ਵਿੱਚ ਬੈਠੇ ਹੋ। ਭਾਵੇਂ ਕੋਈ ਇਹ ਜਾਣ ਵੀ ਜਾਵੇ ਕਿ ਆਤਮਾ ਛੋਟੀ ਬਿੰਦੀ ਹੈ, ਪਰੰਤੂ ਉਸ ਵਿੱਚ 84 ਜਨਮਾਂ ਦਾ ਪਾਠ ਭਰਿਆ ਹੋਇਆ ਹੈ। ਵੰਡਰ ਹੈ ਨਾ। ਜਦੋਂ ਤੱਕ ਆਤਮਾ ਸਰੀਰ ਦਾ ਆਧਾਰ ਨਾ ਲਵੇ ਉਦੋਂ ਤੱਕ ਪਾਠ ਬਜਾ ਨਹੀਂ ਸਕਦੇ। ਉਵੇਂ ਪਰਮਾਤਮਾ ਵੀ ਅਸੀਂ ਆਤਮਾ ਦੇ ਮੁਆਫਿਕ ਛੋਟਾ ਹੈ, ਪਰੰਤੂ ਬਾਪ ਕਿਉਂ ਕਿਹਾ ਜਾਂਦਾ ਹੈ? ਕਿਉਂਕਿ ਉਹ ਸਦਾ ਪਾਵਨ ਹੈ। ਉਹ ਪਰਮਾਤਮਾ ਨੂੰ ਨਾ ਜਾਣਦੇ ਵੀ ਉਹਨਾਂ ਨੂੰ ਬਾਪ ਕਹਿੰਦੇ ਹੈ। ਜਿਵੇਂ ਸਮਝ ਕੇ ਯਾਦ ਕਰਦੇ ਹੈ ਉਵੇਂ ਉਹ ਵੀ ਯਾਦ ਕਰਦੇ ਹੈ। ਇਤਨੇ ਜੋ ਭਗਤ ਹੈ ਸਭ ਦਾ ਭਗਵਾਨ ਇੱਕ ਹੈ, ਜਿਸ ਨੂੰ ਪਤਿਤ ਪਾਵਨ ਕਿਹਾ ਜਾਂਦਾ ਹੈ। ਤਾਂ ਪਤਿਤ ਹੈ ਅਨੇਕ ਅਤੇ ਪਤਿਤ ਪਾਵਨ ਹੈ ਇੱਕ। ਸਾਧੂ ਸੰਤ ਮਹਾਤਮਾ ਵੀ ਬੁਲਾਉਂਦੇ ਹੈ, ਉਹਨਾਂ ਨੂੰ ਗੋਡ ਫਾਦਰ ਵੀ ਕਹਿੰਦੇ ਹੈ। ਤਾਂ ਸਭ ਦਾ ਫਾਦਰ ਠਹਿਰਿਆ ਨਾ। ਫਾਦਰ ਨੂੰ ਪਤਿਤ ਤੋਂ ਪਾਵਨ ਬਣਾਉਣਾ ਆਉਣਾ ਪੈਂਦਾ ਹੈ। ਪਾਵਨ ਬਣਨ ਦਾ ਉਪਾਅ ਉਹ ਹੀ ਦੱਸਦੇ ਹੈ, ਕਿਉਂਕਿ ਆਤਮਾ ਤੇ ਪਾਪਾਂ ਦਾ ਬੋਝਾ ਚੜਿਆ ਹੋਇਆ ਹੈ। ਅਸੀਂ ਸਿਰਫ ਲਿਖ ਦੇਵੇਂ ਕਿ ਵੀ ਹੋਲੀ, ਪਰੰਤੂ ਅਜਿਹੇ ਸਲੋਗਨ ਲਗਾਉਣ ਨਾਲ ਕੋਈ ਫਾਇਦਾ ਨਹੀਂ, ਕਿਉਂਕਿ ਬਾਹਰ ਵਾਲੇ ਤੇ ਸਮਝ ਨਹੀਂ ਸਕਦੇ। ਬਾਕੀ ਤੁਹਾਨੂੰ ਸਮਝਾਇਆ ਹੋਇਆ ਹੈ। ਤੁਹਾਨੂੰ ਸਲੋਗਨ ਦੀ ਕੀ ਲੋੜ ਹੈ? ਇਸ ਦਾ ਮਤਲਬ ਹੈ ਪਵਿੱਤਰ ਬਣੋ, ਬਾਪ ਨੂੰ ਯਾਦ ਕਰੋ। ਜਦ ਤੱਕ ਕਿਸੇ ਨੂੰ ਸਮਝਾਇਆ ਨਹੀਂ ਜਾਂਦਾ ਉਦੋਂ ਤੱਕ ਕੁਝ ਸਮਝ ਨਾ ਸਕਣ। ਯੋਗ ਵਿੱਚ ਰਹਿਣ ਨਾਲ ਪਵਿੱਤਰ ਬਣ ਸਕਦੇ ਹੈ। ਕਹਿੰਦੇ ਹੈ ਇਜ਼ ਹੋਲੀਨੈਸ, ਇਹ ਪਵਿੱਤਰਤਾ ਦਾ ਟਾਈਟਲ ਹੈ। ਸੰਨਿਆਸੀਆਂ ਨੂੰ ਹੋਲੀ ਕਹਿੰਦੇ ਹੈ ਕਿਉਂਕਿ ਵਿਕਾਰ ਵਿੱਚ ਨਹੀਂ ਜਾਂਦੇ ਹੈ। ਭਾਵੇਂ ਉਹ ਪਵਿੱਤਰ ਰਹਿੰਦੇ ਹੈ, ਬ੍ਰਹਮ ਨੂੰ ਯਾਦ ਕਰਦੇ ਹੈ, ਪਰੰਤੂ ਜਨਮ ਵਿਕਾਰੀਆਂ ਦੇ ਕੋਲ ਲੈਣਾ ਪੈਂਦਾ ਹੈ। ਤੁਹਾਨੂੰ ਤੇ ਕਿਹਾ ਜਾਂਦਾ ਹੈ ਪਵਿੱਤਰ ਹੋ ਅਤੇ ਸ਼ਿਵ ਬਾਬਾ ਨੂੰ ਯਾਦ ਕਰੋ। ਸੰਨਿਆਸੀ ਆਪਣੇ ਨੂੰ ਕਰਮ ਸੰਨਿਆਸੀ ਕਹਾਉਂਦੇ ਹੈ, ਪਰੰਤੂ ਕਰਮ ਦਾ ਸੰਨਿਆਸ ਹੁੰਦਾ ਨਹੀਂ। ਕਰਮ ਸੰਨਿਆਸ ਤਾਂ ਹੋਵੇ ਜੇਕਰ ਦੇਹ ਨਾ ਹੋਵੇ। ਦੇਹ ਬਿਨਾਂ ਤਾਂ ਘਰ ਵਿੱਚ ਪਰਮਧਾਮ ਵਿੱਚ ਰਹਿੰਦੇ ਹੈ। ਇੱਥੇ ਕਰਮ ਦਾ ਸੰਨਿਆਸ ਕਿਵੇਂ ਹੋ ਸਕਦਾ ਹੈ? ਇਹ ਕਹਿਣਾ ਵੀ ਝੂਠ ਹੈ। ਉਹ ਕਹਿੰਦੇ ਹੈ ਜੋ ਗ੍ਰਸਤੀ ਕਰਮ ਕਰਦੇ ਉਹ ਅਸੀਂ ਨਹੀਂ ਕਰਦੇ। ਗ੍ਰਸਤੀਆਂ ਦਾ ਕਰਮ ਤਾਂ ਬਹੁਤ ਹੈ। ਜਗ ਤਪ ਤੀਰਥ ਆਦਿ ਕਰਦੇ ਹੈ, ਉਹ ਸੰਨਿਆਸੀ ਵੀ ਕਰਦੇ ਹੈ। ਬਾਕੀ ਫਰਕ ਸਿਰਫ ਇਹ ਹੈ ਕਿ ਉਹ ਕਮਾਈ ਕਰ ਖਾਣਾ ਘਰ ਵਿੱਚ ਪਕਾਉਂਦੇ ਹੈ। ਸੰਨਿਆਸੀ ਇਹ ਨਹੀਂ ਕਰਦੇ ਹੈ। ਉਹ ਮੰਗ ਕੇ ਖਾਂਦੇ ਹੈ ਕਿਉਂਕਿ ਉਹਨਾਂ ਦਾ ਹਠ ਯੋਗ ਹੈ। ਹਠ ਯੋਗ ਨਾਲ ਪਰਮਾਤਮਾ ਨੂੰ ਮਿਲ ਨਹੀਂ ਸਕਦੇ। ਜਦੋਂ ਬਾਪ ਆਵੇ ਤਾਂ ਤੇ ਉਹਨਾਂ ਨੂੰ ਕੋਈ ਮਿਲ ਸਕੇ, ਅਤੇ ਜਦੋਂ ਤੱਕ ਬਾਪ ਨਾ ਆਵੇ ਉਦੋਂ ਤੱਕ ਪਾਵਨ ਦੁਨੀਆ ਦੀ ਸਥਾਪਨਾ ਵੀ ਹੋ ਨਹੀਂ ਸਕਦੀ। ਕਿੰਨਾ ਸਮਝਾਉਂਦੇ ਹੈ ਫਿਰ ਵੀ ਸਮਝਦੇ ਨਹੀਂ ਹੈ। ਬੱਚੇ ਸਮਾਚਾਰ ਲਿਖਦੇ ਹੈ, ਇੰਨੇ ਆਏ, ਹੁਣ ਵੇਖੀਏ ਕੌਣ ਕੌਣ ਆਪਣਾ ਸੌਭਾਗਯ ਲੈਂਦਾ ਹੈ। ਆਂਦੇ ਬਹੁਤ ਹੈ, ਪਰ ਬੁੱਧੀ ਵਿੱਚ ਇਹ ਨਹੀਂ ਬੈਠਦਾ ਹੈ ਕਿ ਇਹਨਾਂ ਨੂੰ ਪੜ੍ਹਾਉਣ ਵਾਲਾ ਪਰਮ ਪਿਤਾ ਪਰਮਾਤਮਾ ਹੈ। ਸਾਨੂੰ ਉਹਨਾਂ ਤੋਂ ਸੌਭਾਗਯ ਲੈਣਾ ਹੈ। ਬਾਪ ਰਜਿਸਟਰ ਵੀ ਵੇਖਦੇ ਹੈ
ਕਈ ਮਹੀਨੇ ਦੇ ਵਿੱਚ 8-10 ਦਿਨ ਵੀ ਆਉਂਦੇ ਹੈ, ਕਈ ਨਹੀਂ ਵੀ ਆਉਂਦੇ ਹੈ ਤਾਂ ਉਹ ਨਹੀਂ ਲਿਖਦੇ। ਜੇਕਰ ਕੋਈ ਨਹੀਂ ਆਉਂਦੇ ਹੈ ਤਾਂ ਉਹ ਮੁਰਲੀ ਪੜ੍ਹਦਾ ਹੈ ਜਾਂ ਨਹੀਂ। ਕਿਸੇ ਵੀ ਹਾਲਤ ਵਿੱਚ ਰੋਜ਼ ਪੜ੍ਹਨਾ ਪਏ, ਜਿਵੇਂ ਜਪ ਸਾਹਿਬ ਸੁਖਮਣੀ ਛੋਟੇ ਛੋਟੇ ਬਣਾਉਂਦੇ ਹੈ, ਸਮਝਦੇ ਹੈ ਕਿਵੇਂ ਵੀ ਪੜ੍ਹ ਸਕਣ। ਤੁਸੀਂ ਸਮਝਦੇ ਹੋ ਉਸ ਪੜ੍ਹਨ ਵਿੱਚ ਕੀ ਪ੍ਰਾਪਤੀ ਹੋਵੇਗੀ? ਕੁਛ ਨਹੀਂ। ਕਰਕੇ ਥੋੜਾ ਸਮੇਂ ਦੇ ਕਈ ਬੁੱਧੀ ਠੀਕ ਹੋਵੇਗੀ, ਪਰੰਤੂ ਬਾਪ ਨੂੰ ਕੋਈ ਮਿਲ ਨਹੀਂ ਸਕਦਾ ਅਤੇ ਫਿਰ ਵਿਕਾਰਾਂ ਵਿੱਚ ਫਸ ਜਾਂਦੇ ਹੈ ਤਾਂ ਫਿਰ ਉਸ ਤੋਂ ਕੋਈ ਪ੍ਰਾਪਤੀ ਨਹੀਂ। ਕਹਿੰਦੇ ਹੈ ਵਿਨਾਸ਼ ਕਾਲੇ ਵਿਪਰੀਤ ਬੁੱਧੀ, ਬਰੋਬਰ ਹੁਣ ਵਿਨਾਸ਼ ਦਾ ਸਮਾਂ ਹੈ। ਹੋਰ ਕੋਈ ਵੀ ਪਰਮਾਤਮਾ ਨੂੰ ਨਹੀਂ ਜਾਣਦੇ। ਕਹਿੰਦੇ ਵੀ ਹੈ ਅਸੀਂ ਰਚਤਾ ਅਤੇ ਰਚਨਾ ਦੇ ਆਦਿ ਮੱਧ ਅੰਤ ਨੂੰ ਨਹੀਂ ਜਾਣਦੇ ਹਾਂ, ਪਰੰਤੂ ਡਰਾਮੇ ਦੇ ਆਦਿ ਮੱਧ ਅੰਤ ਨੂੰ ਜਾਣਨਾ ਚਾਹੀਦਾ ਹੈ। ਬਾਪ ਸਮਝਾਉਂਦੇ ਹੈ ਸਤਯੁਗ ਹੈ ਆਦਿ, ਕਲਯੁਗ ਹੈ ਅੰਤ, ਤਾਂ ਤਿੰਨੋਂ ਕਾਲਾਂ ਨੂੰ ਤਿੰਨੋਂ ਲੋਕਾਂ ਨੂੰ ਸਮਝਣਾ ਹੈ। 3 ਲੋਕ ਹੈ, ਸਥੂਲ ਵਤਨ, ਸੂਖਸ਼ਮ ਵਤਨ। ਕਹਿੰਦੇ ਹੈ ਸ਼ਾਸਤਰ ਅਨਾਦਿ ਹੈ, ਪਰੰਤੂ ਬਾਪ ਸਮਝਾਉਂਦੇ ਹੈ ਜਦੋਂ ਤੋਂ ਰਾਵਣ ਰਾਜ ਸ਼ੁਰੂ ਹੁੰਦਾ ਹੈ ਉਦੋਂ ਤੋਂ ਸ਼ਾਸਤਰ ਵੀ ਸ਼ੁਰੂ ਹੁੰਦੇ ਹੈ। ਤਾਂ ਦੁਆਪਰ ਯੁੱਗ ਮੱਧ ਹੋ ਗਿਆ, ਆਧਾ ਕਲਪ ਸਤਯੁਗ, ਆਧਾ ਕਲਪ ਕਲਯੁਗ, ਆਧੇ ਦਾ ਹਿਸਾਬ ਹੈ। ਹੁਣ ਮੱਧ ਨੂੰ ਕਿਹਾ ਜਾਣ ਸਕਦਾ ਕਿਉਂਕਿ ਕਲਪ ਦੀ ਆਯੂ ਲੱਖੋਂ ਵਰਿਆਂ ਕਹਿ ਦਿੰਦੇ ਹੈ। ਕਹਿਣਾ ਚਾਹੀਦਾ ਹੈ ਕਿ ਬਾਪ ਨੂੰ ਜਾਣੋ, ਬ੍ਰਹਮਾ ਕੁਮਾਰੀ ਬਣੋ ਤਾਂ ਵਰਸਾ ਮਿਲੇਗਾ। ਪਹਿਲਾਂ ਕੋਈ ਆਉਂਦੇ ਹੈ ਤਾਂ ਪੁੱਛੋ ਕਿੱਥੋਂ ਆਏ ਹੈ? ਕਹਿੰਦੇ ਹੈ ਬੀਕੇ ਦੇ ਕੋਲ। ਤੁਸੀਂ ਕਹੋ ਵਿਚਾਰ ਕਰੋ, ਇੰਨਾ ਬ੍ਰਹਮਾ ਕੁਮਾਰ ਕੁਮਾਰੀਆਂ ਹੈ ਤਾਂ ਬ੍ਰਹਮਾ ਬਾਪ ਵੀ ਹੋਵੇਗਾ। ਕਿੰਨੇ ਸੈਂਟਰ ਹੈ, ਢੇਰਾਂ ਦੇ ਢੇਰ ਬ੍ਰਹਮਾ ਕੁਮਾਰੀਆਂ ਹੈ। ਭਲਾ ਇੰਨੇ ਬੱਚੇ ਇੱਕ ਬਾਪ ਨੂੰ ਕਿਵੇਂ ਹੋ ਸਕਦੇ ਹੈ? ਲਿਖਿਆ ਹੈ ਪ੍ਰਜਾਪਿਤਾ ਤਾਂ ਇਤਨੇ ਬ੍ਰਹਮਾ ਕੁਮਾਰ ਕੁਮਾਰੀਆਂ ਹੈ। ਇਵੇਂ ਸਮਝਾ ਕੇ ਖੜਾ ਕਰਨਾ ਚਾਹੀਦਾ ਹੈ। ਫਿਰ ਭਲਾ ਖਿਆਲ ਕਰੋ ਪ੍ਰਜਾਪਿਤਾ ਬ੍ਰਹਮਾ ਕਿਸ ਦਾ ਬੱਚਾ? ਇੰਨੇ ਬੱਚੇ ਰਚਨਾ ਦਾ ਤਾਂ ਪਰਮਾਤਮਾ ਦਾ ਕੰਮ ਹੈ ਨਾ। ਤਾਂ ਪਰਮਾਤਮਾ ਆਂਦੇ ਹੋਵੇਗੇ ਨਾ, ਗਾਇਆ ਹੋਇਆ ਹੈ ਤੂੰ ਮਾਤ ਪਿਤਾ ਹਮ ਬਾਲਕ ਤੇਰੇ, ਤਾਂ ਬਾਪ ਬ੍ਰਹਮਾ ਹੋ ਗਿਆ ਨਾ। ਤਾਂ ਪਰਮਾਤਮਾ ਬ੍ਰਹਮਾ ਦੁਆਰਾ ਰਚਦੇ ਹੈ, ਕਨਵਰਟ ਕਰਦੇ ਹੈ, ਅਡਾਪਟ ਕਰਦੇ ਹੈ ਵਰਸਾ ਦੇਣ ਲਈ, ਪਾਵਨ ਬਣਾਉਂਦੇ ਹੈ। ਕਿਵੇਂ? ਯਾਦ ਨਾਲ। ਕਹਿੰਦੇ ਹੈ ਸਭ ਧਰਮਾਂ ਨੂੰ ਭੁੱਲ ਮਮੇ ਕਮ ਯਾਦ ਕਰੋ, ਸਭ ਬੁਲਾਉਂਦੇ ਹੈ ਮੈਂ ਨੌਲੇਜਫੁਲ ਬਲਿਸਫੁਲ ਲਿਬਰੇਟਰ ਗਾਈਡ ਹਾਂ, ਤਾਂ ਸੁੱਖ ਧਾਮ ਵਿੱਚ ਲੈ ਜਾਂਦਾ ਹਾਂ। ਸੁੱਖ ਕਿੱਥੇ ਹੈ? ਸੁੱਖ ਧਾਮ ਵਿੱਚ। ਹੁਣ ਬਾਪ ਲੈ ਜਾਂਦਾ ਹੈ ਸ਼ਾਂਤੀ ਧਾਮ ਵਿੱਚ, ਫਿਰ ਆਉਂਦੇ ਹੈ ਸੁੱਖ ਧਾਮ ਵਿੱਚ। ਇਹ ਗੱਲਾਂ ਕਿਵੇਂ ਯਾਦ ਕਰੀਏ? ਰੋਜ਼ ਬੋਲਦੇ ਰਹਿਣ, ਹੋਰਨਾਂ ਨੂੰ ਸਮਝਾਉਂਦੇ ਰਹਿਣ ਤਾਂ ਪੁਆਇੰਟਸ ਬੁੱਧੀ ਵਿੱਚ ਆਉਂਦੀਆਂ ਰਹਿੰਦੀਆਂ ਹੈ। ਜਦੋਂ ਕਿਸੇ ਨੂੰ ਸਮਝਾਓ ਤਾਂ ਉਹਨਾਂ ਤੋਂ ਲਿਖਵਾ ਲੈਣਾ ਚਾਹੀਦਾ ਹੈ। ਪਰਮਾਤਮਾ ਜੋ ਆਤਮਾਵਾਂ ਦਾ ਪਿਤਾ ਹੈ ਉਹਨਾਂ ਦੀ ਐਡਰੈਸ ਲਿਖਵਾਉਣੀ ਚਾਹੀਦੀ ਹੈ ਕਿ ਬਾਪ ਸ਼ਿਵ ਹੈ ਤਾਂ ਬਾਪ ਤੋਂ ਵਰਸਾ ਲੈਣਗੇ। ਤਾਂ ਮਿਹਨਤ ਕਰਨੀ ਚਾਹੀਦੀ ਹੈ, ਪਰੰਤੂ ਮਿਹਨਤ ਕਰੇ ਕੌਣ? ਇਸ ਲਈ ਬੱਚਿਆਂ ਨੂੰ ਖੁਦ ਖੜਾ ਹੋ ਕੇ ਫਿਰ ਹੋਰਨਾਂ ਨੂੰ ਵੀ ਖੜਾ ਕਰਨਾ ਚਾਹੀਦਾ ਹੈ ਅਤੇ ਸਰਵਿਸ ਦੇ ਲਈ ਪਾਲਣ ਬਣਾ ਦੇਣਾ ਚਾਹੀਦਾ ਹੈ। ਜਿਵੇਂ ਮਿਲਟਰੀ ਦੇ ਵੱਡੇ ਕਮਾਂਡਰਸ ਆਪਸ ਵਿੱਚ ਮਿਲਦੇ ਹੈ ਨਾ, ਤਾਂ ਇੱਥੇ ਵੀ ਬੱਚਿਆਂ ਨੂੰ ਮਿਲਣਾ ਚਾਹੀਦਾ ਹੈ, ਪਰੰਤੂ ਕੀ ਕਰੀਏ ਆਪਸ ਵੀ ਮਿਲਦੇ ਨਹੀਂ ਹੈ। ਅਸਲ ਵਿੱਚ ਤੁਸੀਂ ਬ੍ਰਾਹਮਣਾਂ ਦਾ ਆਪਸ ਵਿੱਚ ਬਹੁਤ ਪਿਆਰ ਹੋਣਾ ਚਾਹੀਦਾ ਹੈ। ਕੋਈ ਰਾਏ ਨਿਕਾਲਣੀ ਚਾਹੀਦੀ ਹੈ ਕਿਵੇਂ ਕਿਸੇ ਨੂੰ ਸਮਝਾਈਏ। ਵੇਖੋ ਲక్ష్ਮੀ ਨਾਰਾਇਣ ਦੇ ਕਿੰਨੇ ਮੰਦਿਰ ਹੈ, ਤਾਂ ਮੰਦਿਰ ਬਣਾਉਣ ਵਾਲਿਆਂ ਨੂੰ ਮਿਲਣਾ ਚਾਹੀਦਾ ਹੈ ਕਿ ਤੁਸੀਂ ਇਹ ਮੰਦਿਰ ਬਣਾਇਆ ਹੈ, ਪਰੰਤੂ ਜਾਣਦੇ ਹੈ ਕਿ ਇਹਨਾਂ ਨੇ ਰਾਜ ਕਿਵੇਂ ਪਾਇਆ, ਫਿਰ ਰਾਜ ਕਿਵੇਂ ਗਵਾਇਆ। ਸ਼੍ਰੀ ਕ੍ਰਿਸ਼ਨ ਦਾ ਚਿੱਤਰ ਬਹੁਤ ਚੰਗਾ ਹੈ। ਇਸ ਵਿੱਚ 84 ਜਨਮਾਂ ਦੀ ਕਹਾਣੀ ਬੜੀ ਚੰਗੀ ਹੈ। ਸਿਰਫ ਇਹ ਚਿੱਤਰ ਵੱਡਾ ਬਣਾਉਣਾ ਚਾਹੀਦਾ ਹੈ। ਬਾਬਾ ਕਹਿੰਦੇ ਹੈ ਕੋਈ ਆਵੇ ਤਾਂ ਯੁਕਤੀ ਨਾਲ ਪੁੱਛਣਾ ਚਾਹੀਦਾ ਹੈ ਕਿ ਤੁਸੀਂ ਗੀਤਾ ਪੜ੍ਹੀ ਹੈ, ਫਿਰ ਭਲਾ ਦੱਸੋ ਗੀਤਾ ਦਾ ਭਗਵਾਨ ਕੌਣ ਹੈ, ਤਾਂ ਉਵੇਂ ਯੁਕਤੀ ਨਾਲ ਸਮਝਾਉਣਾ ਚਾਹੀਦਾ ਹੈ। ਕਹਿੰਦੇ ਹੈ ਨਾ ਤੁਸੀਂ ਮਾਤ ਪਿਤਾ ਹਮ ਬਾਲਕ ਤੇਰੇ, ਤਾਂ ਇਹ ਬ੍ਰਹਮਾ ਮਾਤਾ ਹੋ ਗਈ ਤਾਂ ਉਹਨਾਂ ਦੇ ਨਾਲ ਸੰਬੰਧ ਰੱਖਣਾ ਚਾਹੀਦਾ ਹੈ। ਜੇਕਰ ਉਹਨਾਂ ਨਾਲ ਪਿਆਰ ਹੋ ਗਿਆ ਤਾਂ ਖੇਲ ਖਲਾਸ। ਬਾਪ ਤੋਂ ਵਰਸਾ ਕਿਵੇਂ ਪਾਓਗੇ? ਤੁਹਾਡੀ ਲੜਾਈ ਪੁਰਾਣੇ ਦੁਸ਼ਮਣ ਨਾਲ ਹੈ। ਕਿਸੇ ਨੂੰ ਪਤਾ ਨਹੀਂ ਹੈ ਕਿ ਰਾਵਣ ਨਾਲ ਵੀ ਕੋਈ ਯੁੱਧ ਹੁੰਦੀ ਹੈ।
ਕਹਿੰਦੇ ਹੈ ਸੱਚ ਦੀ ਨਾਵ ਡੋਲੇਗੀ ਲੇਕਿਨ ਡੂਬੇਗੀ ਨਹੀਂ, ਤਾਂ ਹਿਲਦੀ ਕਿੰਨੀ ਹੈ। ਦੂਜੇ ਸਤਸੰਗਾਂ ਵਿੱਚ ਤਾਂ ਹਿੱਲਣ ਦੀ ਗੱਲ ਹੀ ਨਹੀਂ ਹੈ, ਇੱਥੇ ਤਾਂ ਮਾਇਆ ਨਾਲ ਯੁੱਧ ਹੈ। ਜਦੋਂ ਤੱਕ ਬਾਪ ਨੂੰ ਨਹੀਂ ਸਮਝਿਆ ਹੈ ਉਦੋਂ ਤੱਕ ਭਾਵੇਂ ਲਿਖ ਕੇ ਦੇਣ, ਪਰੰਤੂ ਤੋਤਾ ਕੰਠੀ ਵਾਲਾ ਨਹੀਂ ਬਣਾਇਆ ਹੈ। ਜੰਗਲੀ ਤੋਤਾ ਆਇਆ ਤਾਂ ਗਿਆ। ਅਲਫ ਨੂੰ ਸਮਝਣਾ ਹੈ, ਇਵੇਂ ਪ੍ਰਜਾ ਤਾਂ ਢੇਰ ਹੈ, ਬਾਕੀ ਰਜਾਈ ਦੇ ਲਈ ਕੋਈ ਖੜਾ ਨਹੀਂ ਹੁੰਦਾ ਹੈ। ਬੱਤੀ ਦੇ ਫਿਦਾ ਹੋ ਜਾਣ ਉਹ ਤਾਂ ਬੜਾ ਮੁਸ਼ਕਿਲ ਹੁੰਦਾ ਹੈ। ਅੱਛਾ, ਮਿੱਠੇ ਮਿੱਠੇ ਸਿਕਿਲਦੇ ਬੱਚਿਆਂ ਪ੍ਰਤੀ ਮਾਤ ਪਿਤਾ ਬਾਪ ਦਾ ਦਾਦਾ ਯਾਦ ਪਿਆਰ ਅਤੇ ਗੁੱਡ ਮਾਰਨਿੰਗ। ਰੂਹਾਨੀ ਬਾਪ ਦੀ ਰੂਹਾਨੀ ਬੱਚਿਆਂ ਨੂੰ ਨਮਸਤੇ। ਰਾਤਰੀ ਕਲਾਸ। ਤੁਹਾਨੂੰ ਬੱਚਿਆਂ ਨੂੰ ਬਾਪ ਦਾ ਡਾਇਰੈਕਸ਼ਨ ਮਿਲਿਆ ਹੋਇਆ ਹੈ ਕਿ ਬੱਚੇ ਬਾਪ ਨੂੰ ਯਾਦ ਕਰੋ। ਬੱਚੇ ਕਹਿੰਦੇ ਹੈ ਬਾਬਾ ਫੁਰਸਤ ਨਹੀਂ ਮਿਲਦੀ ਹੈ। ਹੁਣ ਫੁਰਸਤ ਕਿੱਥੋਂ ਚਲੀ ਜਾਂਦੀ ਹੈ? ਜ਼ਰੂਰ ਮਾਇਆ ਤੁਹਾਡਾ ਸਮਾਂ ਲੈ ਲੈਂਦੀ ਹੈ। ਮਾਇਆ ਵੀ ਜ਼ਬਰਦਸਤ ਤਿੱਖੀ ਹੈ, ਜੋ ਤੁਹਾਨੂੰ ਬਾਪ ਨੂੰ ਯਾਦ ਕਰਨ ਦੀ ਫੁਰਸਤ ਨਹੀਂ ਦਿੰਦੀ। ਤੇ ਕਹਿੰਦੇ ਹੈ ਬਾਬਾ ਸਾਰੇ ਦਿਨ ਵਿੱਚ ਆਧਾ ਘੰਟਾ 20 ਮਿੰਟ ਯਾਦ ਵਿੱਚ ਰਹੇ। ਕੋਈ ਮੁਸ਼ਕਿਲ ਹੀ ਸਾਰੇ ਦਿਨ ਵਿੱਚ 2 ਘੰਟੇ ਬਾਪ ਨੂੰ ਯਾਦ ਕਰਦੇ ਹੋਣਗੇ। ਜੋ ਸਮਝਦੇ ਹੈ ਅਸੀਂ 2 ਘੰਟੇ ਯਾਦ ਕਰਦੇ ਹਾਂ ਉਹ ਹੱਥ ਉਠਾਓ। ਉਹ ਸਥੂਲ ਯਾਦ ਪੁਰਾਣੀ ਯਾਦ ਤਾਂ ਚਲਦੀ ਆਉਂਦੀ ਹੈ, ਇਹ ਤਾਂ ਹੈ ਹੀ ਇਨਕਾਰਪੋਰੀਅਲ, ਇਹਨਾਂ ਨੂੰ ਆਪਣੀ ਅੱਖ ਕੰਨ ਤਾਂ ਹੈ ਨਹੀਂ। ਬੱਚਿਆਂ ਨੂੰ ਕਹਿੰਦੇ ਹੈ ਮਮੇਕਮ ਯਾਦ ਕਰੋ, ਆਪਣੇ ਨੂੰ ਆਤਮਾ ਸਮਝੋ। ਤਾਂ ਬਾਬਾ ਪੁੱਛ ਰਹੇ ਹੈ ਕਿ ਕਿੰਨਾ ਘੰਟਾ ਯਾਦ ਕਰਦੇ ਹੈ। ਬੱਚੇ ਖੇਡਣ ਜਾਂਦੇ ਹੈ ਤਾਂ ਟੀਚਰ ਨੂੰ ਯਾਦ ਕਰਦੇ ਹੈ, ਘਰ ਵਿੱਚ ਪੜ੍ਹਦੇ ਹੈ ਤਾਂ ਵੀ ਟੀਚਰ ਯਾਦ ਰਹਿੰਦਾ ਹੈ, ਤਾਂ ਉਹ ਹੈ ਸਥੂਲ ਯਾਦ। ਇਸ ਵਿੱਚ ਹੈ ਥੋੜ੍ਹੀ ਡਿਫਿਕਲਟੀ। ਤਾਂ ਬਾਬਾ ਪੁੱਛਦੇ ਹੈ ਕਿ ਆਪਣੇ ਨੂੰ ਆਤਮਾ ਸਮਝ ਬਾਪ ਨੂੰ 2 ਘੰਟਾ ਜੋ ਯਾਦ ਕਰ ਸਕਦੇ ਹੈ ਉਹ ਹੱਥ ਉਠਾਓ। ਲੱਜਾ ਨਹੀਂ ਕਰੋ, ਐਕੂਰੇਟ ਦੱਸੋ। ਤੁਸੀਂ ਇੱਥੇ ਬੈਠਦੇ ਹੈ, ਬਾਬਾ ਮੁਰਲੀ ਚਲਾਉਂਦੇ ਹੈ ਤਾਂ ਬੁੱਧੀ ਦੂਜੇ ਪਾਸੇ ਚਲੀ ਜਾਂਦੀ ਹੈ। ਇਤਨਾ ਬੁੱਧੀ ਵਿੱਚ ਧਾਰਨ ਵੀ ਨਹੀਂ ਹੁੰਦਾ ਹੈ। ਜਿਵੇਂ ਇੱਥੇ ਸਵੇਰੇ 1 ਘੰਟਾ ਬਾਬਾ ਸਮਝਾਉਂਦੇ ਹੈ ਤਾਂ ਕਿ 1 ਘੰਟਾ ਬਾਬਾ ਨੂੰ ਯਾਦ ਕਰਦੇ ਹੈ ਜਾਂ ਬੁੱਧੀ ਬਾਹਰ ਚਲੀ ਜਾਂਦੀ ਹੈ। ਬਰੋਬਰ ਨੰਬਰਵਾਰ ਪੁਰਸ਼ਾਰਥ ਅਨੁਸਾਰ ਬੁੱਧੀ ਕਿੱਥੇ ਨਾ ਕਿੱਥੇ ਚਲੀ ਜਾਂਦੀ ਹੈ। ਸਾਰਾ ਦਿਨ ਸੁਣਦੇ ਹੈ, ਜੇਕਰ ਸਾਰਾ ਬੈਠ ਕੇ ਸੁਣਨ ਅਤੇ ਨੋਟ ਕਰਦੇ ਰਹਿਣ ਤਾਂ ਬਾਬਾ ਕਹੇਗਾ ਨਾ ਇਹਨਾਂ ਦਾ ਯੋਗ ਠੀਕ ਹੈ। ਤਾਂ ਸੁਣਦੇ ਸਮੇਂ ਅਟੈਂਸ਼ਨ ਦੇਣਾ ਹੈ ਅਤੇ ਪੁਆਇੰਟਸ ਪੂਰਾ ਲਿਖਣਾ ਹੈ। ਜੇਕਰ ਲਿੰਕ ਟੁੱਟ ਗਈ ਤਾਂ ਪੁਆਇੰਟਸ ਭੁੱਲ ਜਾਵੇਗੀ। ਬਾਪ ਸਮਝਾਉਂਦੇ ਹੈ ਬੱਚੇ ਹਾਰਟ ਫੀਲ ਤਾਂ ਬਹੁਤ, ਬਾਬਾ ਕਹਿੰਦੇ ਮੌਤ ਮਿੱਠਾ ਹੁੰਦਾ ਹੈ, ਇਸ ਵਿੱਚ ਤੇਰਾ ਮੇਰਾ ਫੇਰਾ ਕੁਝ ਵੀ ਨਹੀਂ ਹੈ। ਬੈਠੇ ਬੈਠੇ ਡਿੱਗਿਆ, ਬੇਹੋਸ਼ ਹੋਇਆ, ਖਲਾਸ, ਬਸ ਫਿਰ ਹੋਸ਼ ਵਿੱਚ ਆਵੇ ਹੀ ਨਹੀਂ। ਇਹ ਬਹੁਤ ਅੱਛਾ ਮੌਤ ਹੈ। ਬਾਕੀ ਮਨੁੱਖ ਤਾਂ ਰੋਂਦੇ ਪਿੱਟਦੇ ਹੈ ਅਤੇ ਤੁਸੀਂ ਤਾਂ ਖੁਸ਼ ਹੋਵੋਗੇ, ਅਰੇ ਵਾਹ ਇਹ ਤਾਂ ਮੌਤ ਬੜਾ ਸਹਿਜ ਹੋਇਆ, ਇਹਨਾਂ ਨੂੰ ਕੋਈ ਦੁੱਖ ਨਹੀਂ ਹੋਇਆ। ਜੇਕਰ ਮੌਤ ਹੋਵੇ ਤਾਂ ਅਜਿਹੀ ਹੋਵੇ, ਨਹੀਂ ਤਾਂ ਦਵਾ ਨਰਸ ਉਹ ਬਹੁਤ ਹੁੰਦੇ ਹੈ ਨਾ। ਇਸ ਲਈ ਬੈਠੇ ਬੈਠੇ ਆਪਣੀ ਇਸ ਪੁਰਾਣੀ ਜੁੱਤੀ ਨੂੰ ਛੱਡ ਦੇਣਾ ਕਰਮਾਤੀਤ ਅਵਸਥਾ ਹੋਵੇ, ਇਵੇਂ ਹੀ ਸਰੀਰ ਛੱਡਣਾ ਤਾਂ ਸਭ ਤੋਂ ਚੰਗਾ ਹੈ। ਤੁਸੀਂ ਅੱਗੇ ਚੱਲ ਕੇ ਵੇਖੋਗੇ ਅਨਾਨਾਸ ਬੰਬਸ ਛੁੱਟਣਗੇ ਅਤੇ ਸਭ ਬੈਠੇ ਬੈਠੇ ਚਲੇ ਜਾਣਗੇ। ਚਿਹਰਾ ਹੀ ਹਰਸ਼ਿਤ ਹੋਵੇਗਾ। ਜਿਵੇਂ ਕਦੇ ਕਦੇ ਚੰਗੇ ਮੌਤ ਹੁੰਦੇ ਹੈ ਤਾਂ ਵੇਖਣ ਵਾਲੇ ਕਹਿੰਦੇ ਹੈ ਇਹ ਤਾਂ ਜਿਵੇਂ ਜਾਗਦਾ ਹੈ, ਉਹ ਤਾਂ ਹਰਸ਼ਿਤ ਹੈ। ਇਵੇਂ ਤਾਂ ਕੋਈ ਕਹਿ ਨਹੀਂ ਸਕਣਗੇ ਕਿ ਇਹ ਮਰ ਗਿਆ ਹੈ। ਆਤਮਾ ਹਰਸ਼ਿਤ ਹੋ ਕੇ ਜਾਂਦੀ ਹੈ ਨਾ। ਤਾਂ ਆਤਮਾ ਵਿੱਚ ਜੇਕਰ ਹਰਸ਼ਿਤਪਣਾ ਹੋਵੇਗਾ ਤਾਂ ਚਿਹਰੇ ਦੇ ਬਾਹਰ ਵਿਖਾਈ ਦੇ ਪਾਏਗਾ ਨਾ। ਆਤਮਾ ਕੋਈ ਖਤਮ ਤਾਂ ਨਹੀਂ ਹੁੰਦੀ ਹੈ। ਆਤਮਾ ਸਰੀਰ ਛੱਡਦੀ ਹੈ ਤਾਂ ਬੜੀ ਖੁਸ਼ੀ ਨਾਲ ਇਹ ਸਰੀਰ ਹੱਸਦੇ ਹੋਏ ਛੱਡ ਦੇਵੇਗੀ। ਇਸ ਨੂੰ ਕਿਹਾ ਜਾਂਦਾ ਹੈ ਕਰਮਾਤੀਤ ਅਵਸਥਾ। ਉਹ ਹੀ ਇੰਨਾ ਉੱਚੇ ਗਾਏ ਜਾਂਦੇ ਹੈ। ਤੁਸੀਂ ਬੱਚਿਆਂ ਨੂੰ ਇਵੇਂ ਹੀ ਜਾਣਾ ਹੈ, ਸਰੀਰ ਦੀ ਕੋਈ ਪਰਵਾਹ ਹੀ ਨਹੀਂ ਹੈ। ਹੋਰ ਦੂਜੀ ਕੋਈ ਚੀਜ਼ ਯਾਦ ਹੀ ਨਹੀਂ ਆਵੇ। ਇਸ ਨੂੰ ਕਹਾਂਗੇ ਸਭ ਤੋਂ ਮਿੱਠਾ। ਆਪੇ ਹੀ ਸਰੀਰ ਛੱਡਣਾ, ਇਸ ਲਈ ਸੱਪ ਦਾ ਮਿਸਾਲ ਵੀ ਦਿੰਦੇ ਹੈ। ਸਤਯੁਗ ਵਿੱਚ ਅਜਿਹਾ ਹੁੰਦਾ ਹੈ ਜੋ ਖੁਸ਼ੀ ਨਾਲ ਸਰੀਰ ਛੱਡਦੇ ਹੈ ਤਾਂ ਪ੍ਰੈਕਟਿਸ ਇੱਥੋਂ ਦੀ ਹੋਵੇਗੀ, ਪਿੱਛੋਂ ਉਹ ਪ੍ਰੈਕਟਿਸ ਚੱਲਦੀ ਰਹੇਗੀ।
ਤੁਸੀਂ ਬੱਚੇ ਬਾਪ ਨੂੰ ਕਿੰਨਾ ਪਿਆਰ ਨਾਲ ਯਾਦ ਕਰਦੇ ਹੈ। ਅੰਗਰੇਜ਼ੀ ਵਿੱਚ ਕਿਹਾ ਜਾਂਦਾ ਹੈ ਮੋਸਟ ਬਿਲਵਡ, ਪਰਮ ਪ੍ਰਿਯ, ਬਹੁਤ ਮਿੱਠਾ। ਲੋਕਾਂ ਨੂੰ ਤਾਂ ਪਰਮ ਪ੍ਰਿਯ, ਮੋਸਟ ਬਿਲਵਡ ਕਹਿ ਨਹੀਂ ਸਕਦੇ। ਬਾਪ ਕਹਿੰਦੇ ਆ ਬੱਚੇ ਮੈਂ ਤੁਹਾਡਾ ਬਾਪ ਹਾਂ, ਟੀਚਰ ਵੀ ਹਾਂ, ਗੁਰੂ ਵੀ ਹਾਂ। ਤੁਸੀਂ ਕਦੇ ਟੀਚਰ ਨੂੰ ਭੁੱਲੋ ਤਾਂ ਬਾਪ ਨੂੰ ਯਾਦ ਕਰ ਸਕਦੇ ਹੋ। ਬਾਬਾ ਗਾਈਡ ਹੈ। ਗਾਈਡ ਨੂੰ ਪੰਡਾ ਵੀ ਕਿਹਾ ਜਾਂਦਾ ਹੈ। ਉਹ ਦੁੱਖ ਤੋਂ ਲਿਬਰੇਟ ਕਰਨ ਵਾਲਾ, ਸ਼ਾਂਤੀ ਧਾਮ ਵਿੱਚ ਲੈ ਜਾਣ ਵਾਲਾ ਹੈ। ਉਸ ਦੇ ਪਿੱਛੋਂ ਹੈ ਸੁਖ ਧਾਮ। ਤਾਂ ਤੁਹਾਨੂੰ ਇਹ ਗਿਆਨ ਘਾਸ ਮਿਲਦਾ ਹੈ। ਫਿਰ ਇਸ ਨੂੰ ਵਿਚਾਰ ਸਾਗਰ ਮੰਥਨ ਕਰਦੇ ਰਹੋ। ਜਿਵੇਂ ਗਾਂ ਦਾ ਮੂੰਹ ਚੱਲਦਾ ਰਹਿੰਦਾ ਹੈ, ਤੁਹਾਡਾ ਮੂੰਹ ਤਾਂ ਚਲਾਉਣ ਦੀ ਲੋੜ ਨਹੀਂ ਹੈ। ਬਾਕੀ ਅੰਦਰ ਵਿੱਚ ਸਭ ਕੁਝ ਯਾਦ ਕਰਨਾ ਹੈ। ਜਿਵੇਂ ਤੁਸੀਂ ਹੈ ਇਵੇਂ ਅਸੀਂ ਹਾਂ। ਤੁਹਾਨੂੰ ਤਾਂ ਹੋਰ ਵੀ ਘੱਟ ਘੰਟੇ ਮਿਲਦੇ ਹੈ, ਕਿਉਂਕਿ ਮੇਰਾ ਬੁੱਧੀ ਯੁੱਗ ਬਾਹਰ ਵਿੱਚ ਬਹੁਤ ਜਾਂਦਾ ਹੈ। ਕਦੇ ਕਿਸੇ ਦੀ ਚਿੱਠੀ ਆਈ, ਫਲਾਣੇ ਦੀ ਖਿਟਪਿਟ ਹੈ, ਇਹ ਹੈ, ਉਹ ਹੈ, ਤਾਂ ਸਾਰਾ ਦਿਨ ਉਸ ਵੱਲ ਬੁੱਧੀ ਜਾਂਦੀ ਹੈ। ਪਰੰਤੂ ਸ਼ਾਇਦ ਬੱਚਿਆਂ ਤੋਂ ਜ਼ਿਆਦਾ ਬਾਬਾ ਨੂੰ ਸਹਿਜ ਹੈ, ਕਿਉਂਕਿ ਬਗਲ ਵਿੱਚ ਸਾਥ ਵਿੱਚ ਰਹਿੰਦਾ ਹੈ। ਜਦੋਂ ਬਾਬਾ ਭੋਜਨ ਖਾਣ ਦੇ ਲਈ ਬੈਠਦਾ ਹੈ ਤਾਂ ਸੋਚਦਾ ਹੈ ਅੱਛਾ ਮੈਂ ਬਾਬਾ ਨੂੰ ਯਾਦ ਕਰਦਾ ਹਾਂ। 2-3 ਮਿੰਟ ਯਾਦ ਰਹਿੰਦੀ ਹੈ, ਫਿਰ ਭੁੱਲ ਜਾਂਦੀ ਹੈ। ਯਾਦ ਹਵਾ ਤਰ੍ਹਾਂ ਉੱਡ ਜਾਂਦੀ ਹੈ। ਬੱਚੇ ਟਰਾਈ ਕਰਕੇ ਵੇਖੋ। ਸਹਿਜ ਹੁੰਦਾ ਹੀ ਯਾਦ ਵਿੱਚ ਟਾਈਮ ਤਾਂ ਲੱਗਦਾ ਹੈ ਨਾ। ਅੱਛਾ, ਮਿੱਠੇ ਮਿੱਠੇ ਸਿੱਕਿਲ ਦੇ ਰੂਹਾਨੀ ਬੱਚਿਆਂ ਪ੍ਰਤੀ ਰੂਹਾਨੀ ਬਾਪ ਅਤੇ ਦਾਦਾ ਦਾ ਦਿਲ ਅਤੇ ਜਾਨ, ਸਿੱਖ ਅਤੇ ਪ੍ਰੇਮ ਨਾਲ ਯਾਦ, ਪਿਆਰ ਅਤੇ ਗੁੱਡ ਨਾਈਟ। ਮਿੱਠੇ ਮਿੱਠੇ ਸਿੱਕਿਲ ਦੇ ਰੂਹਾਨੀ ਬੱਚਿਆਂ ਪ੍ਰਤੀ ਰੂਹਾਨੀ ਬਾਪ ਦੀ ਨਮਸਤੇ। ਧਾਰਨਾ ਲਈ ਮੁੱਖ ਸਾਰ। ਨੰਬਰ 1 ਪਰ ਆਪਸ ਵਿੱਚ ਬਹੁਤ ਪਿਆਰ ਨਾਲ ਰਹਿਣਾ ਹੈ। ਮਿਲ ਕੇ ਰਾਏ ਨਿਕਾਲਣੀ ਹੈ ਕਿ ਕਿਸ ਯੁਕਤੀ ਨਾਲ ਹਰ ਇੱਕ ਤੱਕ ਬਾਪ ਦਾ ਸੁਨੇਹਾ ਪਹੁੰਚਾਈਏ। ਨੰਬਰ 2 ਇਹ ਵਿਨਾਸ਼ ਦਾ ਸਮਾਂ ਹੈ, ਇਸ ਲਈ ਇੱਕ ਬਾਪ ਨਾਲ ਸੱਚੀ ਪ੍ਰੀਤ ਰੱਖਣੀ ਹੈ। ਯੋਗ ਨਾਲ ਆਤਮਾ ਨੂੰ ਪਾਵਨ ਬਣਾਉਣਾ ਹੈ। ਵਰਦਾਨ ਹੈ ਅੱਜ ਦਾ। ਸਵਰਾਜ ਦੇ ਨਾਲ ਬੇਹੱਦ ਦੇ ਵੈਰਾਗ ਬ੍ਰਿਤੀ ਨੂੰ ਧਾਰਨ ਕਰਨ ਵਾਲੇ ਸੱਚੇ ਰਾਜ ਰਿਸ਼ੀ ਭਵ। ਸਵਰਾਜ ਦੇ ਨਾਲ ਬੇਹੱਦ ਦੇ ਵੈਰਾਗ ਬ੍ਰਿਤੀ ਨੂੰ ਧਾਰਨ ਕਰਨ ਵਾਲੇ ਸੱਚੇ ਰਾਜ ਰਿਸ਼ੀ ਭਵ। ਅੱਜ ਬਾਬਾ ਆਖਦੇ ਨੇ ਇੱਕ ਪਾਸੇ ਰਾਜ, ਦੂਜੇ ਪਾਸੇ ਰਿਸ਼ੀ, ਮਤਲਬ ਬੇਹੱਦ ਵੈਰਾਗੀ। ਅਜਿਹੇ ਰਾਜ ਰਿਸ਼ੀ ਤਾਂ ਕਿਤੇ ਵੀ, ਭਾਵੇਂ ਆਪਣੇ ਵਿੱਚ, ਭਾਵੇਂ ਵਿਅਕਤੀ ਵਿੱਚ, ਭਾਵੇਂ ਵਸਤੂ ਵਿੱਚ ਲਗਾਵ ਨਹੀਂ ਹੋ ਸਕਦਾ, ਕਿਉਂਕਿ ਸਵਰਾਜ ਹੈ ਤਾਂ ਮਨ, ਬੁੱਧੀ, ਸੰਸਕਾਰ ਸਭ ਆਪਣੇ ਵਸ਼ ਵਿੱਚ ਹੈ। ਅਤੇ ਵੈਰਾਗ ਹੈ ਤਾਂ ਪੁਰਾਣੀ ਦੁਨੀਆ ਵਿੱਚ ਸੰਕਲਪ ਮਾਤਰ ਵੀ ਲਗਾਵ ਜਾ ਨਹੀਂ ਸਕਦਾ। ਇਸ ਲਈ ਖੁਦ ਨੂੰ ਰਾਜ ਰਿਸ਼ੀ ਸਮਝਣਾ ਮਤਲਬ ਰਾਜਾ ਦੇ ਨਾਲ ਬੇਹੱਦ ਦਾ ਵੈਰਾਗੀ ਬਣਨਾ। ਸਲੋਗਨ ਅੱਜ ਦਾ। ਸਮਝਦਾਰ ਉਹ ਹੈ ਜੋ ਸਭ ਆਧਾਰ ਟੁੱਟਣ ਤੇ ਪਹਿਲੇ ਇੱਕ ਬਾਪ ਨੂੰ ਆਪਣਾ ਆਧਾਰ ਬਣਾ ਲੈਣ। ਸਮਝਦਾਰ ਉਹ ਹੈ ਜੋ ਸਭ ਆਧਾਰ ਟੁੱਟਣ ਤੋਂ ਪਹਿਲੇ ਇੱਕ ਬਾਪ ਨੂੰ ਆਪਣਾ ਆਧਾਰ ਬਣਾ ਲੈਣ। ਅੱਛਾ, ਓਮ ਸ਼ਾਂਤੀ।